ਸੱਚਾ ਆਪ ਸਵਾਰੀ, ਵਿਨ ਨਾਵੈ ਦਰ ਢੋਈ ਨਾਹੀ, ਤਾਂ ਜਮ ਕਰੇ ਖੁਆਰੀ। ਨਾਨਕ ਸੱਚ ਵਡਿਆਈ ਪਾਈ, ਨਾਨਕ ਸੱਚ ਵਡਿਆਈ ਪਾਏ, ਜਿਸਨੂੰ ਹਰ ਕਿਰਪਾ ਧਾਰੀ। ਰਾਗ ਸੋਹੀ ਮਹਿਲਾ ਤੀਜਾ, ਘਰ ਦਸਵਾਂ ਇਕ ਓਂਕਾਰ, ਸਤਿਗੁਰ ਪ੍ਰਸਾਦਿ। ਦੁਨੀਆ ਨਾ ਸਲਾਹਾ, ਜੋ ਮਰ ਵੰਜਸੀ, ਲੋਕਾਂ ਨਾ ਸਲਾਹਾ, ਜੋ ਮਰ ਖਾਕ ਥੀ। ਦੁਨੀਆ ਨਾ ਸਲਾਹਾ, ਜੋ ਮਰ ਵੰਜਸੀ, ਲੋਕਾਂ ਨਾ ਸਲਾਹਾ, ਜੋ ਮਰ ਖਾਕ ਥੀ। ਵਾਹੋ ਮੇਰੇ ਸਾਹਿਬਾ ਵਾਹੋ, ਗੁਰਮੁਖ ਸਦਾ ਸਲਾਹੀਐ, ਸੱਚਾ ਵੇ ਪਰਵਾਹੁ। ਰਹਾਉ ਦੁਨੀਆ ਕੇਰੀ ਦੋਸਤੀ, ਮਨ ਮੁਖ ਦਜ ਮਰਨ, ਜੰਪੁਰ ਬੱਧੇ ਮਾਰੀਐ, ਵੇਲਾ ਨਾ ਲਹਨ। ਗੁਰਮੁਖ ਜਨਮ ਸਕਾਰਥਾ, ਸੱਚਾ ਸ਼ਬਦ ਲਗਨ, ਆਤਮ ਰਾਮ ਪ੍ਰਗਾਸਿਆ, ਸਹਜੇ ਸੁਖ ਰਹਨ। ਗੁਰ ਕਾ ਸ਼ਬਦ ਵਿਸਾਰਿਆ, ਦੂਜੇ ਭਾਏ ਰਚਨ, ਤਿਸਨਾ ਭੁੱਖ ਨਾ ਉਤਰੈ, ਅਨਦਿਨ ਜਲਤ ਫਿਰਨ। ਦੁਸ਼ਟਾਂ ਨਾਲ ਦੋਸਤੀ, ਨਾਲ ਸੰਤਾਂ ਵੈਰ ਕਰਨ, ਆਪ ਡੁੱਬੇ ਕੁਟੰਬ ਸਿਉ, ਸਗਲੇ ਕੁਲ ਡੋਬਨ। ਨਿੰਦਾ ਭਰੀ ਕਿਸੈ ਕੀ ਨਾਹੀ, ਮਨ ਮੁਖ ਮੁਗਧ ਕਰਨ। ਮੋਹ ਕਾਲੇ ਤਿਨਾ ਨਿੰਦਕਾਂ, ਨਰਕੇ ਘੋਰ ਪਵਨ। ਨਿੰਦਾ ਭਲੀ ਕਿਸੈ ਕੀ ਨਾਹੀ, ਮਨ ਮੁਖ ਮੁਗਧ ਕਰਨ। ਮੋਹ ਕਾਲੇ ਤਿਨ ਨਿੰਦਕਾਂ, ਨਰਕੇ ਘੋਰ ਪਵਨ। ਸਤਿਗੁਰਾਂ ਦੀ ਸਾਜੀ ਦਵਾਜੀ ਸਾਧ ਸੰਗਤ ਜੀਓ, ਪਿਆਰ ਨਾਲ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪਵਿੱਤਰ ਹੁਕਮਨਾਮਾ ਸਤਿਗੁਰਾਂ ਨੇ ਰਹਿਮ ਦੇ ਘਰ ਦੇ ਵਿੱਚ ਆ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਬਖਸ਼ਿਸ਼ ਕੀਤਾ ਹੈ। ਪਿਆਰ ਦੇ ਨਾਲ ਪਹਿਲਾਂ 10 ਮਿੰਟ ਪੰਜਾਬੀ, ਬਾਅਦ ਵਿੱਚ ਅੰਗਰੇਜ਼ੀ ਦੇ ਵਿੱਚ ਵਿਚਾਰ ਸ਼੍ਰਵਣ ਕਰਨਾ ਜੀ। Today's Hukmnama is blessing from Sachkhand Sri Harmandir Sahib. With Guru's Kirpa, we'll cover the translation in Punjabi to start with, followed by translation in English. Stay tuned and have a great time.
ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਦਾ ਉਚਾਰਿਆ ਹੋਇਆ ਪਵਿੱਤਰ ਤੇ ਪਾਵਨ ਹੁਕਮਨਾਮਾ, ਜਿਸ ਵਿੱਚ ਧੰਨ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਆਪਣੇ ਜੀਵਨ ਦੇ ਤਜਰਬੇ ਤੋਂ ਸਾਨੂੰ ਸੇਧ ਬਖਸ਼ਿਸ਼ ਕਰਦੇ ਨੇ। ਦੁਨੀਆ ਨਾ ਸਾਲਾਹਾ ਜੋ ਮਰ ਵੰਝ ਸੀ। ਦੁਨੀਆ ਦੇ ਮਗਰ ਨਾ ਲੱਗੋ, ਹਮੇਸ਼ਾ ਸੱਚ ਦੇ ਮਾਰਗ ਤੇ ਚੱਲੋ। ਦੁਨੀਆ ਦੇ ਵਿੱਚ ਬਹੁਤ ਐਸੇ ਲੋਕ ਨੇ ਜਿਹੜੇ ਅਭਿਮਾਨੀ ਨੇ, ਜੋ ਆਪਣੇ ਸਵਾਰਥ ਵਾਸਤੇ ਹੋਰ ਲੋਕਾਂ ਨੂੰ ਵੀ ਆਪਣੇ ਨਾਲ ਲਾ ਲੈਂਦੇ ਨੇ। ਖਿਆਲ ਰੱਖਿਓ, ਤੁਸੀਂ ਉਹਨਾਂ ਦੇ ਮਗਰ ਨਾ ਲੱਗਿਓ। ਲੋਕਾਂ ਨਾ ਸਾਲਾਹਾ ਜੋ ਮਰ ਖਾਕ ਥੀ। ਜਿਹੜੇ ਲੋਕ ਨੇ ਦੁਨੀਆ ਦੇ ਵਿੱਚ, ਉਹਨਾਂ ਦੀ ਵੀ ਸਲਾਹਨਾ ਨਾ ਕਰਿਓ, ਉਹਨਾਂ ਦੇ ਮਗਰ ਵੀ ਨਾ ਲੱਗਿਓ, ਕਿਉਂਕਿ ਉਹਨਾਂ ਨੇ ਵੀ ਇੱਕ ਦਿਨ ਮਰ ਕੇ ਖਾਕ ਹੋ ਜਾਣਾ। ਵਾਹ ਮੇਰੇ ਸਾਹਿਬਾ ਵਾਹ। ਹਮੇਸ਼ਾ ਉਸ ਅਕਾਲ ਪੁਰਖ ਵਾਹਿਗੁਰੂ ਜੋ ਸਾਡਾ ਸਾਹਿਬ ਹੈ, ਮਾਲਕ ਹੈ, ਉਹਦੀ ਉਸਤਤ ਕਰੋ ਤੇ ਤੁਹਾਡੇ ਜੀਵਨ ਦੇ ਵਿੱਚ, ਲੋਕ ਤੇ ਪਰਲੋਕ ਦੇ ਵਿੱਚ, ਦੋਨਾਂ ਵਿੱਚ ਤੁਹਾਨੂੰ ਆਨੰਦ ਮਿਲੇਗਾ। ਜਨਮ ਮਰਨ ਤੋਂ ਛੁਟਕਾਰਾ ਹੋਏਗਾ। ਦੁਨੀਆ ਦੇ ਮਗਰ ਲੱਗ ਕੇ ਜਨਮ ਮਰਨ ਦੇ ਗੇੜ ਦੇ ਵਿੱਚ ਫਸੇ ਰਹੋਗੇ। ਸੋ ਆਪਣੇ ਆਪ ਨੂੰ ਬਚਾਓ। ਗੁਰਮੁਖ ਸਦਾ ਸਲਾਹ ਹੀ ਹੈ, ਸੱਚਾ ਵੇ ਪ੍ਰਵਾਹ। ਗੁਰਮੁਖ ਬਣ ਕੇ ਉਸ ਪਰਮਾਤਮਾ ਦੀ ਉਸਤਤ ਕਰੋ, ਸਲਾਹ ਨਾ ਕਰੋ। ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਸੱਚਾ ਵੇ ਪ੍ਰਵਾਹ ਹੈ, ਸੱਚਾ ਭਾਵ ਹਰ ਸਮੇਂ ਮੌਜੂਦ ਹੈ। ਭਾਵੇਂ ਅਕਾਲ ਪੁਰਖ ਵਾਹਿਗੁਰੂ ਨੂੰ ਤੁਸੀਂ ਰਾਤੀ ਉੱਠ ਕੇ ਅਰਦਾਸ ਕਰੋ ਜਦੋਂ ਦੁਨੀਆ ਸੁੱਤੀ ਹੁੰਦੀ ਆ, ਅਕਾਲ ਪੁਰਖ ਵਾਹਿਗੁਰੂ ਤੁਹਾਡੇ ਵਾਸਤੇ ਹਾਜ਼ਰ ਨਾਜ਼ਰ ਹੈ। ਭਾਵੇਂ ਤੁਸੀਂ ਚੰਨ ਦੇ ਉੱਪਰ ਜਾਓ, ਉੱਥੇ ਵੀ ਵਾਹਿਗੁਰੂ ਤੁਹਾਡੇ ਨਾਲ ਹੈ, ਪਰ ਦੁਨੀਆ ਨਾਲ ਨਹੀਂ। ਲੋਕ ਦੇ ਵਿੱਚ ਵੀ ਵਾਹਿਗੁਰੂ ਤੁਹਾਡੇ ਨਾਲ ਹੈ, ਕਿਉਂਕਿ ਵਾਹਿਗੁਰੂ ਸੱਚਾ ਹੈ। ਤੇ ਪਰਲੋਕ ਦੇ ਵਿੱਚ ਵੀ, ਜਿੱਥੇ ਦੁਨੀਆ ਤੁਹਾਡੀ ਸਹਾਇਕ ਨਹੀਂ ਹੋਣੀ, ਉੱਥੇ ਪਰਲੋਕ ਦੇ ਵਿੱਚ ਵੀ ਵਾਹਿਗੁਰੂ ਸੱਚ ਹੈ, ਮੌਜੂਦ ਹੈ। ਆਦ ਅੰਤ ਪ੍ਰਭ ਸਦਾ ਸਹਾਈ, ਧਨ ਹਮਾਰਾ ਮੀਤ। ਐਸਾ ਮਿੱਤਰ ਹੈ ਸਾਡਾ ਜਿਹੜਾ ਹਮੇਸ਼ਾ ਸਹਾਈ ਹੁੰਦਾ, ਦਇਆ ਨਾਲ ਭਰਪੂਰ ਹੈ, ਵੇ ਪ੍ਰਵਾਹ ਹੈ। ਵੇ ਪ੍ਰਵਾਹ ਦਾ ਮਤਲਬ ਸਾਧ ਸੰਗਤ ਜੀ, ਅਕਾਲ ਪੁਰਖ ਵਾਹਿਗੁਰੂ ਨੂੰ, ਸਾਡੇ ਮਾਲਕ ਨੂੰ ਕਿਸੇ ਦੀ ਪਰਵਾਹ ਨਹੀਂ, ਕਿਸੇ ਤੋਂ ਸਲਾਹ ਨਹੀਂ ਲੈਣੀ ਪੈਂਦੀ ਕੋਈ ਕੰਮ ਕਰਨ ਤੋਂ ਪਹਿਲਾਂ। ਕਿਸੇ ਨੂੰ ਕੁਝ ਦੇਣਾ ਹੋਏ, ਕਿਸੇ ਦੀ ਸਲਾਹ ਲੈਣੀ ਪੈਂਦੀ ਆ, ਘਰ ਵਾਲਿਆਂ ਦੀ ਸਲਾਹ ਲੈਣੀ ਪੈਂਦੀ ਆ। ਜੇ ਗੁਰਦੁਆਰੇ ਦੇ ਵਿੱਚ ਕੋਈ ਕੰਮ ਕਰਵਾਉਣਾ ਹੋਏ, ਕਮੇਟੀ ਦੀ ਮੀਟਿੰਗ ਸੱਦਣੀ ਪੈਂਦੀ ਸਾਧ ਸੰਗਤ ਜੀ, ਭਈ ਇਹ ਕੰਮ ਕਰੀਏ ਨਾ ਕਰੀਏ। ਪਰ ਅਕਾਲ ਪੁਰਖ ਵਾਹਿਗੁਰੂ ਜਦੋਂ ਦਾਤਾ ਬਖਸ਼ਿਸ਼ ਕਰਦੇ ਨੇ, ਕਿਸੇ ਦੀ ਸਲਾਹ ਨਹੀਂ ਲੈਂਦੇ, ਕਿਉਂਕਿ ਵੇ ਪ੍ਰਵਾਹ ਨੇ। ਗੁਰੂ ਨਾਨਕ ਦੇਵ ਜੀ ਨੇ ਬਹੁਤ ਸੋਹਣੇ ਤਰੀਕੇ ਨਾਲ ਆਸਾ ਦੀਵਾਰ ਦੀ ਬਾਣੀ ਦੇ ਵਿੱਚ ਲਿਖਿਆ, ਉਸ ਵਾਹਿਗੁਰੂ ਦੀ ਵਡਿਆਈ ਵੱਡੀ ਹੈ। ਵੱਡੀ ਵਡਿਆਈ ਜਾਂ ਪੁੱਛ ਨਾ ਦਾਤ, ਵੱਡੀ ਵਡਿਆਈ ਜਾਂ ਆਪੇ ਆਪ। ਵਾਹਿਗੁਰੂ ਮਾਲਕ ਇੰਨਾ ਵੱਡਾ, ਉਹਦੀ ਵਡਿਆਈ ਇੰਨੀ ਵੱਡੀ ਹੈ, ਉਹਦੇ ਕੋਲ ਸ਼ਕਤੀ ਹੈ, ਇੰਨਾ ਸਮਝ ਵਾਲਾ, ਕਿਸੇ ਨੂੰ ਪੁੱਛ ਕੇ ਦਾਤ ਨਹੀਂ ਦਿੰਦਾ। ਕੋਈ ਵਿਚਾਰਾ ਭਿਖਾਰੀ ਆ, ਦੁਨੀਆ ਤੋਂ ਮੰਗਦਾ ਫਿਰਦਾ, ਜੇ ਮਾਲਕ ਦੀ ਰਜ਼ਾ ਹੋਏ ਤੇ ਉਹ ਭਿਖਾਰੀ ਰਾਜਾ ਬਣਦਾ ਇੱਕ ਛਿਨ ਦੇ ਵਿੱਚ। ਖਿਨ ਮੈਂ ਰਾਓ ਰੰਕ ਕੋ ਕਰਈ, ਰਾਓ ਰੰਕ ਕਰ ਡਾਰੇ, ਰੀਤੇ ਭਰੇ ਭਰੇ ਸਖਨਾਵੇ, ਯਹ ਤਾਂ ਕੋ ਵਿਵਹਾਰੇ। ਮਾਲਕ ਦੀ ਰਜ਼ਾ ਚਾਹੀਦੀ। ਸੋ ਅੱਜ ਦੇ ਹੁਕਮਨਾਮੇ ਵਿੱਚੋਂ ਸਾਨੂੰ ਉਪਦੇਸ਼ ਮਿਲਦਾ ਵੀ ਹਮੇਸ਼ਾ ਅਸੀਂ ਸੱਚ ਦੇ ਮਾਰਗ ਤੇ ਚੱਲੀਏ, ਗੁਰੂ ਦੇ ਦੱਸੇ ਹੋਏ ਮਾਰਗ ਤੇ ਚੱਲੀਏ। ਦੁਨੀਆ ਨੂੰ ਕੋਈ ਦਿਖਾਵੇ ਦੀ ਲੋੜ ਨਹੀਂ।
ਕਿਸੇ ਨੂੰ ਪ੍ਰਭਾਵਿਤ ਕਰਨ ਦੀ ਲੋੜ ਨਹੀਂ, ਕਿਉਂਕਿ ਦੁਨੀਆ ਨੇ ਇੱਕ ਦਿਨ ਖਾਕ ਹੋ ਜਾਣਾ, ਪਰ ਉਹ ਮਾਲਕ ਹਮੇਸ਼ਾ ਹਮੇਸ਼ਾ ਸੱਚ ਹੈ। ਉਹਦੀ ਸੇਵਾ ਕਰਨੀ ਹੈ, ਉਹਦੀ ਉਸਤਤ ਕਰਨੀ ਹੈ। ਗੁਰੂ ਅਮਰਦਾਸ ਮਹਾਰਾਜ ਨੇ ਗੋਇੰਦਵਾਲ ਦਾ ਸ਼ਹਿਰ ਵਸਾਇਆ ਸੀ। ਸਾਧ ਸੰਗਤ ਜੀ, ਹਰ ਗੁਰੂ ਸਾਹਿਬਾਨ ਨੇ ਇੱਕ ਨਵਾਂ ਸ਼ਹਿਰ ਉਹਦੀ ਸਥਾਪਨਾ ਕੀਤੀ ਆ। ਕਿਉਂ? ਕਿਸੇ ਹੋਰ ਧਰਮ ਦਾ ਪ੍ਰਭਾਵ ਨਾ ਪਏ, ਸਿੱਖੀ ਪ੍ਰਫੁੱਲਤ ਹੋਏ। ਜਦੋਂ ਗੁਰੂ ਮਹਾਰਾਜ ਨੇ ਗੋਇੰਦਵਾਲ ਸਾਹਿਬ ਸ਼ਹਿਰ ਦੇ ਵਿੱਚ ਜੋ ਗੁਰਦੁਆਰਾ ਸਥਾਪਿਤ ਕੀਤਾ, ਉਹਦਾ ਨਾਮ ਹੀ ਗੋਇੰਦਵਾਲ ਸਾਹਿਬ ਹੈ। ਅੰਮ੍ਰਿਤਸਰ ਤੋਂ ਬਹੁਤ ਨੇੜੇ ਹੈ। ਜਿੱਥੇ ਸਾਰਿਆਂ ਨੂੰ ਪਤਾ ਉੱਥੇ ਬੌਲੀ ਸਾਹਿਬ ਹੈ, 84 ਪੌੜੀਆਂ ਨੇ ਜਿਹੜੀਆਂ ਸਰੋਵਰ ਤੱਕ ਜਾਂਦੀਆਂ, ਤੇ ਸੰਗਤਾਂ ਬਹੁਤ ਲਾਹਾ ਲੈਂਦੀਆਂ ਨੇ। ਕੀਰਤਨ ਕਥਾ ਹੁੰਦਾ। ਜਦੋਂ ਗੁਰਦੁਆਰਾ ਸਥਾਪਿਤ ਹੋਇਆ ਤੇ ਜਿਹੜੇ ਸ਼ਹਿਰ ਦੇ ਵਿੱਚ ਹਾਕਮ ਸੀ, ਚੌਧਰੀ ਸੀ, ਇਹਨਾਂ ਨੇ ਗੁਰੂ ਮਹਾਰਾਜ ਨਾਲ ਈਰਖਾ ਕਰਕੇ ਜੋ ਵੀ ਸੰਗਤਾਂ ਲੰਗਰ ਦੇ ਵਾਸਤੇ ਰਸਦ ਲਿਆਂਦੀਆਂ ਸੀ, ਉਹ ਰਸਤੇ ਵਿੱਚ ਖੋਹ ਲੈਂਦੇ ਸੀ ਵੀ ਗੁਰੂ ਦਾ ਲੰਗਰ ਨਹੀਂ ਚੱਲਣ ਦੇਣਾ। ਸੀ ਗੁਰੂ ਕੋਲ ਜਾਣ ਦੀ ਕੀ ਲੋੜ ਹੈ, ਸਾਡਾ ਆਪਣਾ ਸਵਾਮੀ ਇੱਥੇ ਹੈਗਾ। ਕਿਉਂਕਿ ਹਰ ਇੱਕ ਨੇ ਆਪਣੇ ਆਪਣੇ ਗੁਰੂ ਨੂੰ ਧਾਰਿਆ ਹੋਇਆ ਸੀ, ਸਵਾਮੀ ਬਣਾਏ ਹੋਏ ਸੀ। ਅੱਜ ਵੀ ਉਹ ਚੱਲਦਾ, ਇਸ ਤਰ੍ਹਾਂ ਦੇ ਵਿੱਚ ਸਮਾਜ ਦੇ ਵਿੱਚ ਹੁੰਦਾ। ਹਰ ਪਰਿਵਾਰ ਦਾ ਇੱਕ ਸਵਾਮੀ ਆ, ਹਰ ਪਰਿਵਾਰ ਦਾ ਇੱਕ ਬਾਬਾ ਜਿਹਦੇ ਕੋਲ ਜਾ ਕੇ ਸਲਾਹ ਲੈਂਦੇ ਨੇ। ਕਮਾਲ ਹੋ ਗਈ, ਬੱਚੇ ਦਾ ਵਿਆਹ ਕਰਨਾ, ਇੰਡੀਆ ਫੋਨ ਕਰਦੇ ਬਾਬਾ ਜੀ ਨੂੰ, ਮੈਂ ਇਹਦਾ ਵਿਆਹ ਕਰਨਾ ਬੱਚੇ ਦਾ, ਉਹ ਠੀਕ ਆ ਕਿ ਨਹੀਂ ਠੀਕ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਮੱਥਾ ਟੇਕਦੇ ਨੇ, ਕਦੀ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਪੁੱਛਿਆ ਵੀ ਇਹ ਠੀਕ ਹੈ ਕਿ ਨਹੀਂ ਠੀਕ। ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਅਰਦਾਸ ਕਰਕੇ ਹੁਕਮਨਾਮਾ ਲੈਣਾ, ਇਹ ਗੁਰੂ ਮਹਾਰਾਜ ਦਾ ਆਸ਼ੀਰਵਾਦ ਹੈ, ਹੁਕਮ ਹੈ। ਤਾਂ ਹੀ ਅਸੀਂ ਕਹਿੰਦੇ ਹਾਂ ਹੁਕਮਨਾਮਾ। ਉਹ ਵਾਹਿਗੁਰੂ ਦਾ, ਉਹ ਗੁਰੂ ਦਾ ਸ਼ਬਦ, ਗੁਰੂ ਦਾ ਸੁਨੇਹਾ, ਜਿਹਦੇ ਵਿੱਚ ਗੁਰੂ ਦਾ ਹੁਕਮ ਹੁੰਦਾ, ਗੁਰੂ ਦੀ ਕਿਰਪਾ ਹੁੰਦੀ ਹੈ। ਸੋ ਗੁਰੂ ਮਹਾਰਾਜ ਨੇ ਫਿਰ ਸੰਗਤਾਂ ਨੂੰ ਉਪਦੇਸ਼ ਦਿੱਤਾ, ਭਈ ਤੁਹਾਡੀ ਮਰਜ਼ੀ ਆ, ਜੇ ਤੁਸੀਂ ਚਾਹੁੰਦੇ ਹੋ ਵੀ ਅਸੀਂ ਉਹ ਜਿਹੜੇ ਚੌਧਰੀ ਨੇ ਜਾਂ ਹਾਕਮ ਹੈ ਉਹਨਾਂ ਦਾ ਪੱਖ ਲੈਣਾ, ਉਹ ਤੁਹਾਡੀ ਮਰਜ਼ੀ ਆ, ਪਰ ਯਾਦ ਰੱਖਿਓ ਇੱਕ ਦਿਨ ਉਹਨਾਂ ਨੇ ਖਾਕ ਹੋ ਜਾਣਾ। ਪਰਲੋਕ ਦੇ ਵਿੱਚ ਤੁਹਾਡੇ ਸਹਾਇਕ ਨਹੀਂ ਹੋਣਗੇ। ਉਸ ਵਾਹਿਗੁਰੂ ਦੀ ਉਸਤਤ ਕਰੋ ਜੋ ਮਾਲਕ ਤੁਹਾਨੂੰ ਲੋਕ ਤੇ ਪਰਲੋਕ ਦੇ ਵਿੱਚ ਸਹਾਈ ਹੋਏਗਾ। ਕਿੰਨਾ ਸੋਹਣਾ ਉਪਦੇਸ਼ ਸਾਧ ਸੰਗਤ ਜੀ। ਗੁਰੂ ਅਰਜਨ ਦੇਵ ਮਹਾਰਾਜ ਜਦੋਂ ਉਹਨਾਂ ਨੇ ਲੰਗਰ ਚਲਾਏ ਅੰਮ੍ਰਿਤਸਰ ਦੇ ਵਿੱਚ ਦਰਬਾਰ ਸਾਹਿਬ, ਤੇ ਉਹਨਾਂ ਦਾ ਭਰਾ ਪ੍ਰਿਥੀ ਚੰਦ, ਉਹਨੇ ਆਪਣੇ ਮਗਰ ਲਾ ਲਏ ਕਿੰਨੇ ਬੰਦੇ ਤੇ ਲੰਗਰ ਨੂੰ ਰੋਕ ਪਾਉਂਦਾ ਸੀ। ਫਿਰ ਬਾਬਾ ਬੁੱਢਾ ਜੀ ਨੇ ਜਾ ਕੇ ਉਹ ਰੋਕ ਨੂੰ ਮੁਕਾਇਆ। ਬਾਬਾ ਬੁੱਢਾ ਜੀ ਨੇ ਸਾਰਿਆਂ ਨੂੰ ਕਿਹਾ ਭਈ ਅਕਾਲ ਪੁਰਖ ਦੇ ਨਾਲ ਜੁੜੋ ਭਾਈ, ਪ੍ਰਿਥੀ ਚੰਦ ਦੇ ਨਾਲ ਨਾ ਜੁੜੋ। ਸੋ ਉਹ ਮਹਾਰਾਜ ਉਪਦੇਸ਼ ਦਿੰਦੇ ਨੇ, ਦੁਨੀਆ ਕੇਰੀ ਦੋਸਤੀ ਮਨਮੁਖ ਦੱਜ ਮਰਨ, ਜੰਮਪੁਰ ਬੱਧੇ ਮਾਰੀਆਂ ਵੇਲਾ ਨਾ ਲਾਹਨ। ਜਿਹੜੇ ਦੁਨੀਆ ਦੇ ਮਗਰ ਲੱਗਦੇ ਨੇ ਉਹਨਾਂ ਨੂੰ ਜੰਮ ਦੇ ਦਰ ਤੇ ਬਹੁਤ ਸਜ਼ਾ ਮਿਲਦੀ ਹੈ, ਬਹੁਤ ਮਾਰ ਪੈਂਦੀ ਹੈ। ਪਰ ਜਿਹੜੇ ਗੁਰਮੁਖ ਨੇ, ਗੁਰਮੁਖ ਜਨਮ ਸਕਾਰਥਾ, ਸੱਚੇ ਸ਼ਬਦ ਲਗਨ। ਜਿਹੜੇ ਗੁਰਮੁਖ ਨੇ ਉਹ ਤੁਹਾਨੂੰ ਸ਼ਬਦ ਦੇ ਨਾਲ ਜੋੜ ਦੇਣਗੇ, ਪਰਮਾਤਮਾ ਦੇ ਨਾਲ ਜੋੜ ਦੇਣਗੇ। ਉਹਨਾਂ ਦਾ ਜਨਮ ਸਕਾਰਥਾ ਭਾਵ ਸਫਲ ਹੈ, ਫਲਦਾਇਕ ਹੈ। ਆਤਮ ਰਾਮ ਪ੍ਰਗਾਸਿਆ ਸਹਿਜੇ ਸੁਖ ਰਹਨ। ਗੁਰਮੁਖਾਂ ਦੀ ਸੰਗਤ ਦੇ ਵਿੱਚ ਤੁਹਾਡਾ ਆਤਮ ਭਾਵ ਆਤਮਾ, ਅੰਦਰੀਵੀ ਅਵਸਥਾ ਜਿਹੜੀ ਹੈ, ਉਹਦੇ ਵਿੱਚ ਰਾਮ ਪ੍ਰਗਟ ਹੋ ਜਾਏਗਾ, ਪਰਮਾਤਮਾ ਪ੍ਰਗਟ ਹੋ ਜਾਏਗਾ। ਆਤਮ ਰਾਮ ਪ੍ਰਗਾਸਿਆ ਸਹਿਜੇ ਸੁਖ ਰਹਿਣ, ਤੇ ਉਹ ਸਹਿਜ ਅਵਸਥਾ ਵਿੱਚ ਵਿਚਰਦੇ ਹਨ ਤੇ ਹਮੇਸ਼ਾ ਸੁਖੀ ਰਹਿੰਦੇ ਹਨ। ਸੋ ਇਹ ਮੁੱਖ ਉਪਦੇਸ਼ ਅੱਜ ਦੇ ਹੁਕਮਨਾਮੇ ਦਾ। ਸਾਧ ਸੰਗਤ ਜੀ, ਜਦੋਂ ਵੀ ਸਮਾਂ ਮਿਲੇ, ਇਹਦੇ ਹੋਰ 34 ਭਾਗ ਹਨ ਹੁਕਮਨਾਮੇ ਦੇ। ਸੋ ਟਾਈਮ
ਸਮਾਂ ਇਜਾਜ਼ਤ ਨਹੀਂ ਦਿੰਦਾ, ਪਰ ਜੋ ਮੁੱਖ ਉਪਦੇਸ਼ ਗੁਰੂ ਮਹਾਰਾਜ ਨੇ ਦਿੱਤਾ ਹੈ ਉਹ ਗੁਰੂਆਂ ਦੀ ਕਿਰਪਾ ਦੇ ਨਾਲ ਵਿਚਾਰ ਕੀਤਾ ਹੈ। ਪਿਆਰ ਦੇ ਨਾਲ ਹੁਣ ਅੰਗਰੇਜ਼ੀ ਦੇ ਵਿੱਚ ਵਿਚਾਰ ਸ਼ਰਵਣ ਕਰਨਾ ਜੀ। Today's ਹੁਕਮਨਾਮਾ is blessing from Sachkhand Sri Harmandir Sahib, composition of Dhan Dhan Guru Amar Das Ji Maharaj, the third Satguru, third embodiment of Dhan Dhan Guru Nanak Dev Ji Maharaj. Guru Maharaj has composed today's Hukamnama in Rag Suhi, which creates the devotional mood, touches the bottom of the heart, and you can feel your heart moving. The essence of the Shabad, essence of the sermon, then they change your thinking, reform your mind, purify the mind. So in today's Hukamnama, Guru Maharaj has clarified that in this world, people follow those who are in power. It may not be right for them to follow them, but because those people are powerful, rest of the people, they follow the powerful people, people who are leaders, who are in authority, who are managers or directors. And they might be following them for wrong cause. It doesn't mean that you don't follow your manager, you don't listen to your manager. Manager has been given job to manage the company. But if it is a wrong cause, then you must not follow anyone, because it's going to ruin you forever. You must observe righteousness in your life. As an example, in Guru Amar Das Ji's time, when Guru Amar Das Ji Maharaj built the Gurdwara Goindwal Sahib, which is a town very close to Amritsar, there were a lot of people who were in power at the time. Chaudhry, the leaders of the town, they started objecting, because Guru Amar Das Ji Maharaj, he encouraged people to efface, to eradicate the differences in the society based on the caste, color and creed. All these leaders in the town, they did not like it, because they did not want to mix with the low class people. Guru Amar Das Ji Maharaj stopped the Sati Pratha, where upon death of husband, wife had to jump in the fire after death. Guru Amar Das Ji Maharaj basically asked people not to do that. Woman has equal right. Woman has right to live after husband passes away, and should dedicate life to serve God. People did not like that. When Guru Amar Das Ji Maharaj passed the orders that anyone who wants to see me should sit on the same level, irrespective of the class and caste, then that person can see me. Even the King Akbar, when he came to see Guru Amar Das Ji Maharaj, he had to sit with the ordinary people, sweepers, low class people. But he was happy to do that, because he wanted to see Guru Amar Das Ji Maharaj. And Guru Amar Das Maharaj's bachan were, Pehle Pangat, Pache Sangat. Pangat means line. That is the literal meaning. You have to sit in a line with everyone, irrespective of their class and social status. Have food, and then you can have Guru's company. Pehle Sangat, Pehle Pangat, Pache Sangat. Sangat means company. So people didn't like it. High class people, they started objecting. And a lot of people, they started following all these leaders.
Guru Amardas Ji in today's Hukamnama warns those people and warns us as well. Don't follow people for your own selfish reason. Unless you're following other people to practice righteousness, to serve God, that's absolutely fine. To earn your honest living, that is absolutely fine. Dunya na salaha jo marvanjasi. Don't praise the world, because the whole world is perishable. So in the end, those people to whom you are extending your favors, you are trying to impress people, they will perish and they won't be there to support you, to help you. Great message. Loka na salaha jo mar khak thi. Don't praise people, because in the end, they will become dust. People around you, you look at, they are just made of dust, made of 5 elements. Once the presence of God, in other words, the soul moves out of the body is dust, nothing else. Air mixes with air, water mixes with the water, the dust mixes with dust. The fire, the temperature in the body becomes part of the environment. So all the 5 elements, they go back to their original home. That's why this human body is called the puppet of clay. We are just puppet of clay. माटी को पूतरा कैसे नचत है, देखे देखे सुने बोले बोले दोरियो फिरता है, जब कछ पावत तब गर्व करता है, माया गई तब रोवन लगता है. This puppet of clay is very joyful when it receives something, wins the lottery and gets some money. But when there is a loss, then it cries. But one day it has to depart. So what should we do? Vaho mere sahiba vaho. Vaho means wonderful, amazing. Almighty God, you are amazing. What a beautiful creation you have created. Neighbor of mine, he passed away last week. He was 84. He had heart operation 2 years ago, but then he was fine, but then time was up. God called him back. God decided to move out of that body. And last night I was thinking, how amazing is this? How people are born into this world. This is amazing. Where these people are coming from. And this person, he had a lot of knowledge. He came from Belgium. He has lived in different countries. He fought in World War II. And we used to talk for hours. He used to share his life experience. And it was very interesting. But last night I was thinking, now he has passed away. Where has he gone? Where is all that experience? Where are those stories? Baba bolte the, kahan gaye? I mean, where is he? But this is fascinating. The death and birth cycle, this is amazing. But one thing is for sure, the Creator is eternal, is always there. Vaho mere sahiba vaho. Gurmukh sada saal aayi hai, sacha ve pravaho. Almighty God is sacha. Sacha means true. Irrespective of time,
whether past, present, or future. God will always be there. So God is true with respect to time. With respect to space, no matter where you go, you may not have your best friends with you, your family with you, but God is always there wherever you go. God is within you. In fact, you are not taking God with you. In fact, God is taking you with Him. So we need to acknowledge that. Someone decides to go to moon and thinks there is no one here. But remember, moon is there because God's presence is there on the moon. Without God's presence, sun can't exist. The universe cannot exist. That is the wisdom Guru Granth Sahib's Bani gives us. God is formless. Harji Sukham Agam hai, Kit bid milya jaye, Gur ka shabad pram kattiya, Achint vase mane aaye. God is unfathomable, beyond our perception. God is formless. How we can meet God? Gur ka shabad pram kattiya, Achint vase mane aaye. Through Guru's Shabad, you have to contemplate, meditate upon the Gurbani. You need to understand what Gurbani is saying. And then, Achint vasaya mane aaye. God who was there in your mind, you can feel it. It's like you can have a dark room. There's no light in the night time. You have your bed there, you have other furnitures, you have your mobile phone, you have your computer or whatever. But you can't see anything because it's pitch dark. But it doesn't mean that your bed is not there in the room. Bed is still there. But you can't see it. Reason being, it's dark. Now you switch on the light and you can see everything. Similarly, God is there within us. We can't see God. So we need the light, we need the knowledge from Tan Shri Guru Granth Sahib's Bani to be able to experience presence of God. Ho tundendi sajjana, sajjan mende naal, jan nanak alakh na lakhiye, gurmukh de dikhal. Waho mere sahiba waho, gurmukh sada salahiye, Sacha ve parvah. Now God is Sacha, true, with respect to time, with respect to space. And when God decides to end the creation, God will be there, no one else. So everything has originated from God, one God. Ve Pravah. Ve Pravah means God doesn't have to seek advice or help from anyone. Ve Pravah. If God has to bless me, God doesn't have to ask someone else, can I bless this person? Vaddi vadiyai ਜਾਂ ਪੁੱਛ ਨਾ ਦਾਤ Guru Nanak Dev Ji Maharaj brings that revelation to the world. There might be a beggar on the street and God wants to have that beggar turned into an emperor. No one can stop it. ਵੱਡੀ ਵਡਿਆਈ ਜਾਂ ਪੁੱਛ ਨਾ ਦਾਤ ਵੱਡੀ ਵਡਿਆਈ ਜਾਂ ਆਪੇ ਆਪ ਨਾਨਕ ਕਾਰ ਨਾ ਕਥਨੀ ਜਾਏ ਕੀਤਾ ਕਰਨਾ ਸਰਬ ਰਜ਼ਾਏ ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ amazing. This is the kothri, this is the chamber of Almighty God and is based on truth.
And the true Lord abides in this chamber, in this house. So key message, always praise God, who is going to be our helper and support in this life, in the next life. No matter where we go, we can go to America, any part of the world, go to Australia, God is with us. But it's all down to our state of mind. Do we acknowledge? Do we have faith in Guru's Bani? Guru is telling you, God is always with you. Always with you. So with that faith, you can prosper. Respect all because God is in everyone. But always do righteous deeds. Don't follow people for any corruption or any corrupted deeds which are not righteous. May Satguru bless you all. Have a great day. Share the Fateh with love. Vaheguru Ji ka Khalsa. Vaheguru Ji ki Fateh.